नमस्ते बच्चों, स्वागत है ਤੁਹਾਡਾ ਜਮਾਤ 9ਵੀਂ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੁਹਾਡੀ ਪੁਸਤਕ ਸਾਹਿਤ ਮਾਲਾ ਦੇ ਵਿੱਚੋਂ ਅਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਹੋਈ ਕਵਿਤਾਵਾਂ ਤ੍ਰਿੰਜਣ ਅਤੇ ਐਤਨਾਮਾ। ਲੇਕਿਨ ਉਸ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਕਵਿਤਰੀ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ। ਅਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਈਸਵੀ ਨੂੰ ਗੁਜਰਾਂਵਾਲੇ ਪਾਕਿਸਤਾਨ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸਰਦਾਰ ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂ ਰਾਜ ਕੌਰ ਸੀ। ਆਪ ਨੂੰ ਕਵਿਤਾ ਲਿਖਣ ਦੀ ਚੇਟਕ ਆਪਣੇ ਪਿਤਾ ਜੀ ਤੋਂ ਲੱਗੀ, ਜੋ ਆਪ ਵੀ ਸਾਹਿਤਕਾਰ ਸਨ। ਅਮ੍ਰਿਤਾ ਪ੍ਰੀਤਮ ਦੀ ਪਹਿਲੀ ਕਾਵਿ ਰਚਨਾ ਅੰਮ੍ਰਿਤ ਲਹਿਰਾਂ ਸੀ। ਉਸ ਤੋਂ ਬਾਅਦ ਜਿਉਂਦਾ ਜੀਵਨ, ਤ੍ਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਸੰਝ ਦੀ ਲਾਲੇ, ਨਿੱਕੀ ਜਿਹੀ ਸੌਗਾਤ, ਲੋਕ ਪੀੜ, ਪੱਥਰ ਕੀਟੇ, ਲੰਮੀਆਂ ਵਾਟਾਂ, ਮੈਂ ਤਵਾਰੀ ਖਾਂ ਹਿੰਦ ਦੀ, ਸਰਗੀ ਵੇਲਾ, ਸੁਨੇੜਾ, ਅਸ਼ੋਕਾ ਚੇਤੀ, ਕਸਤੂਰੀ, ਕਾਗਜ਼ ਤੇ ਕੈਨਵਸ ਆਦਿ ਕਾਵਿ ਸੰਗ੍ਰਹਿ ਛਪੇ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਵੰਡ ਸਮੇਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਨਾਂ ਦੀ ਕਵਿਤਾ ਨੇ ਆਪ ਨੂੰ ਬੇਹੱਦ ਪ੍ਰਸਿੱਧੀ ਦਿਵਾਈ। ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਪੰਜਾਬੀ ਦੀ ਪਹਿਲੀ ਕਵਿਤਰੀ ਸਨ। ਆਪ ਦੀਆਂ ਰਚਨਾਵਾਂ ਕਈ ਦੇਸੀ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ। ਆਪ ਨੇ ਨਾਗਮਣੀ ਨਾਂ ਦਾ ਰਿਸਾਲਾ ਵੀ ਕੱਢਿਆ। ਅਮ੍ਰਿਤਾ ਪ੍ਰੀਤਮ ਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਵੀ ਭਰਪੂਰ ਨਾਮਣਾ ਖੱਟਿਆ। ਸਫ਼ਰਨਾਮੇ ਤੇ ਵਾਰਤਕ ਦੀਆਂ ਪੁਸਤਕਾਂ ਵੀ ਲਿਖੀਆਂ। ਸੁਨੇਹੜੇ ਕਾਵਿ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਕਾਗਜ਼ ਤੇ ਕੈਨਵਸ ਨੂੰ ਗਿਆਨਪੀਠ ਪੁਰਸਕਾਰ ਅਤੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਸ਼ਤਾਬਦੀ ਪੰਜਾਬੀ ਕਵੀ ਪੁਰਸਕਾਰ ਨਾਲ ਸਨਮਾਨਿਤ ਕੀਤਾ। 2004 ਈਸਵੀ ਵਿੱਚ ਭਾਰਤ ਦੇ ਸਰਵੋਤਮ ਸਨਮਾਨ ਪਦਮ ਵਿਭੂਸ਼ਣ ਨਾਲ ਆਪ ਨੂੰ ਅਲੰਕ੍ਰਿਤ ਕੀਤਾ ਗਿਆ। ਤੇ ਆਓ ਬੱਚਿਓ ਕਰਦੇ ਹਾਂ ਹੁਣ ਆਪਾਂ ਇਹਨਾਂ ਦੇ ਦੁਆਰਾ ਲਿਖੀ ਹੋਈ ਕਵਿਤਾ ਤ੍ਰਿੰਜਣ, ਜਿਸ ਵਿੱਚ ਕਿ ਜਿਹੜੀ ਕਵਿਤਰੀ ਨੇ ਹੈ ਉਹਨਾਂ ਨੇ ਇੱਕ ਤ੍ਰਿੰਜਣ ਦਾ ਦ੍ਰਿਸ਼ ਜਿਹੜਾ ਹੈ ਬੜਾ ਹੀ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕੀਤਾ ਹੈ। ਸਭੇ ਸਹੇਲੀਆਂ ਬਨ ਬਨ ਆਈਆਂ, ਸੱਜਰੇ ਸਿਰ ਗੁੰਦਾ, ਇੱਕ ਹੱਥ ਚਰਖਾ ਇੱਕ ਹੱਥ ਪੱਛੀ, ਇਸ ਤ੍ਰਿੰਜਣ ਦੇ ਚਾਅ। ਕਵਿਤਰੀ ਕਹਿੰਦੀ ਹੈ ਕਿ ਸਾਰੀਆਂ ਸਹੇਲੀਆਂ ਸੱਜਰੇ ਸਿਰ ਗੁੰਦਵਾ ਕੇ ਬਨ ਸੰਵਰ ਕੇ ਤ੍ਰਿੰਜਣ ਪਾਉਣ ਲਈ ਆਈਆਂ ਹਨ। ਤ੍ਰਿੰਜਣ ਦੇ ਕਾਰਨ ਹਰ ਇੱਕ ਦੇ ਹੱਥ ਵਿੱਚ ਚਰਖੀ ਚੁੱਕੀ ਹੋਈ ਹੈ ਤੇ ਦੂਜੇ ਹੱਥ ਵਿੱਚ ਪੂਣੀਆਂ ਦਾ ਚੀਕੂ ਹੈ। ਕਿਸੇ ਨੇ ਪਾਇਆ ਕੋਰਾ ਝੱਗਾ ਨਿੱਕੀ ਨਿੱਕੀ ਬੁੱਟੀ ਦਾ, ਕਿਸੇ ਨੇ ਸਿਰ 'ਤੇ ਲੇੜਾ ਲਿੱਤਾ ਮਹੀਨ ਡੋਰੀਏ ਦਾ। ਅਤੇ ਫਿਰ ਉਹ ਕਹਿੰਦੇ ਹਨ ਕਿ ਕਿਸੇ ਨੇ ਤਾਂ ਨਿੱਕੀ ਬੁੱਟੀ ਦਾ ਨਵਾਂ ਝੱਗਾ ਪਾਇਆ ਹੋਇਆ ਹੈ ਅਤੇ ਕਿਸੇ ਨੇ ਸਿਰ ਉੱਪਰ ਬਰੀਕ ਡੋਰੀਏ ਦਾ ਦੁਪੱਟਾ ਲਿਆ ਹੋਇਆ ਹੈ। ਅੱਖੀ ਕਚਲਾ ਬੁੱਲ ਦੰਦਾਸਾ, ਹੱਥੀ ਮਹਿੰਦੀ ਲਾ, ਬਨ ਬਨ ਪਈਆਂ ਪੈਣ ਬਲੋਰੀ, ਗਜਰੇ ਹੱਥ ਚੜਾ। ਚਰਖਾ ਕੱਤਣ ਲਈ ਤ੍ਰਿੰਜਣ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਅੱਖਾਂ ਵਿੱਚ ਕੱਜਲ ਪਾ ਕੇ, ਦੰਦਾਂ ਉੱਤੇ ਦੰਦਾਸਾ ਮਲ ਕੇ ਤੇ ਹੱਥਾਂ ਉੱਤੇ ਮਹਿੰਦੀ ਲਾ ਕੇ ਆਈਆਂ ਹਨ। ਉਹ ਹੱਥਾਂ ਵਿੱਚ ਕੱਚ ਦੇ ਗਜਰੇ ਪਾ ਕੇ ਬਹੁਤ ਸੁੰਦਰ ਲੱਗ ਰਹੀਆਂ ਹਨ। ਬਨ ਬਨ ਪਈਆਂ ਪੈਣ ਬਲੋਰੀ, ਗਜਰੇ ਹੱਥ ਚੜਾ, ਚਿੱਟੇ ਪੱਟ ਦਾ ਮੋਤੀਆ ਤੇ ਸਾਵੀਆਂ ਡੰਡੀਆਂ ਪਾ। ਕਿਸੇ ਨੇ ਸਿਰ 'ਤੇ ਪੱਲਾ ਕੀਤਾ ਸੂਹੀ ਫੁਲਕਾਰੀ ਦਾ। ਫਿਰ ਕਵਿਤਰੀ ਕਹਿੰਦੀ ਹੈ ਕਿ ਕਿਸੇ ਨੇ ਕੰਨਾਂ ਵਿੱਚ ਇੱਕੋ ਜਿਹੀਆਂ ਡੰਡੀਆਂ ਪਾ ਕੇ ਸਿਰ ਉੱਪਰ ਚਿੱਟਾ ਰੇਸ਼ਮੀ ਜਾਂ ਮੋਤੀਆ ਦੁਪੱਟਾ ਲਿਆ ਹੋਇਆ ਹੈ ਅਤੇ ਕਿਸੇ ਨੇ ਸਿਰ ਉੱਪਰ ਲਾਲ ਫੁਲਕਾਰੀ ਦਾ ਪੱਲਾ ਲਿਆ ਹੋਇਆ ਹੈ। ਸਹੇਲੀਆਂ ਦੀ ਸਰਦਾਰ ਹੀਰ ਕੋਈ, ਡੰਡੀ ਝੁਮਕੀ ਪਾ, ਇੱਧਰ ਸਖੀਆਂ ਉੱਧਰ ਸਖੀਆਂ, ਬੈਠੀ ਪੀੜਾ ਡਾ। ਇਹਨਾਂ ਦੀ ਸਰਦਾਰ ਹੀਰ ਡੰਡੀ ਝੁਮਕੀ ਪਾ ਕੇ ਇੱਧਰ ਉੱਧਰ ਬੈਠੀਆਂ ਸਹੇਲੀਆਂ ਦੇ ਗੱਭੇ ਪੀੜਾ ਡਾ ਕੇ ਚਰਖਾ ਕੱਤਣ ਲਈ ਬੈਠੀ ਹੈ। ਕਿਸੇ ਨੇ ਆਂਦੀ ਪੱਛੀ ਭਰ ਕੇ, ਚੌਲ ਤੇ ਕਣਕਾਂ ਭੁਨਾ, ਪੱਖੜੀਆਂ ਦੀ ਬੀ ਭੁਨਾਏ, ਕਿਸੇ ਭੱਠੀ ਤੇ ਜਾ। ਕਵਿਤਰੀ ਲਿਖਦੀ ਹੈ ਕਿ ਤ੍ਰਿੰਜਣ ਵਿੱਚ ਆਈ ਹੋਈ ਹੋਈਆਂ ਕੁੜੀਆਂ ਜਿਹੜੀਆਂ ਹੈ ਕੁਝ ਨਾ ਕੁਝ ਆਪਣੇ ਨਾਲ ਖਾਣ ਲਈ ਲਿਆਈਆਂ ਹੈ। ਕੋਈ ਕੁੜੀ ਖਾਣ ਲਈ ਕਣਕ ਤੇ ਚੌਲ ਭੁਨਾ ਕੇ ਛਿੱਕੂ ਭਰ ਕੇ ਲਿਆਈ ਹੈ, ਕਿਸੇ ਨੇ ਭੱਠੀ ਤੋਂ
ਖਰਬੂਜਿਆਂ ਦੇ ਬੀ ਬਣਾ ਕੇ ਲਿਆਂਦੇ ਹਨ। ਕੋਈ ਲਿਆਏ ਘੁੰਗਣੀਆਂ, ਕੋਈ ਖਿੱਲਾਂ ਝੋਲੀ ਪਾ, ਕੋਈ ਲਿਆਈ ਖਿੱਲੇ ਛੋਲਾਂ ਸੱਤੂ ਕੋਈ ਬਣਵਾ। ਤੇ ਕੋਈ ਬੱਕਲੀਆਂ ਲੈ ਕੇ ਆਈ ਹੈ ਤੇ ਕੋਈ ਝੋਲੀ ਵਿੱਚ ਦਾਣਿਆਂ ਦੀਆਂ ਖਿੱਲਾਂ ਪਾ ਕੇ ਲਿਆਈ ਹੈ। ਕੋਈ ਘਰੋਂ ਛੋਲਿਆਂ ਦੀਆਂ ਖਿੱਲਾਂ ਲੈ ਕੇ ਆਈ ਹੈ ਤੇ ਕੋਈ ਸੱਤੂ ਬਣਵਾ ਕੇ ਲਿਆਈ ਹੈ। ਨਿੱਤ ਨਿੱਤ ਵਗਦੇ ਰਹਿਣਗੇ ਪਾਣੀ, ਨਿੱਤ ਪਤੰਤੇ ਮੇਲਾ, ਬਚਪਨ ਨਿੱਤ ਜਵਾਨੀ ਬਣਦਾ, ਨਿੱਤ ਕੱਤਣ ਦਾ ਵੇਲਾ। ਤੇ ਫਿਰ ਕਵਿਤਰੀ ਕਹਿੰਦੀ ਹੈ ਕਿ ਨਦੀਆਂ ਵਿੱਚ ਹਰ ਰੋਜ਼ ਪਾਣੀ ਵਗਦੇ ਰਹਿਣਗੇ ਤੇ ਹਰ ਰੋਜ਼ ਨਦੀ ਦੇ ਕੰਢੇ ਉੱਪਰ ਆਉਣ ਜਾਣ ਵਾਲੇ ਲੋਕਾਂ ਦਾ ਮੇਲਾ ਲੱਗਿਆ ਰਹੇਗਾ ਤੇ ਹਰ ਮੁਟਿਆਰ ਦਾ ਬਚਪਨ ਜਵਾਨੀ ਵਿੱਚ ਵਟ ਜਾਂਦਾ ਹੈ ਤੇ ਤ੍ਰਿੰਝਣਾਂ ਵਿੱਚ ਕੱਤਣ ਦਾ ਕੰਮ ਵੀ ਹਰ ਰੋਜ਼ ਹੁੰਦਾ ਹੈ। ਜੋ ਪਾਣੀ ਅੱਜ ਪਤਨੋਂ ਲੰਘੇ ਫੇਰ ਨਾ ਆਵੇ ਭਲ ਕੇ, ਪਰ ਜਿਹੜਾ ਪਾਣੀ ਅੱਜ ਪੱਤਨ ਤੋਂ ਲੰਘ ਜਾਂਦਾ ਹੈ ਉਹ ਕੱਲ੍ਹ ਨੂੰ ਮੁੜ ਕੇ ਨਹੀਂ ਆਏਗਾ। ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ ਫੇਰ ਨਾ ਬੈਠਣ ਰਲ ਕੇ। ਬੇੜੀ ਦੇ ਪੂਰ ਵਿੱਚ ਜਿਹੜੇ ਮੁਸਾਫਿਰ ਅੱਜ ਇਕੱਠੇ ਹੋਏ ਹਨ ਉਹ ਮੁੜ ਕੇ ਫਿਰ ਕਦੇ ਇਕੱਠੇ ਨਹੀਂ ਹੁੰਦੇ। ਇਸ ਤਰ੍ਹਾਂ ਤ੍ਰਿੰਝਣ ਵਿੱਚ ਇਕੱਠੀਆਂ ਬਹਿ ਕੇ ਚਰਖੇ ਕੱਤਣ ਵਾਲੀਆਂ ਸਹੇਲੀਆਂ ਵਿਆਹਾਂ ਮਗਰੋਂ ਮੁੜ ਇਕੱਠੀਆਂ ਹੋ ਕੇ ਕਦੇ ਵੀ ਨਹੀਂ ਬੈਠਦੀਆਂ। ਤਾਂ ਬੱਚਿਓ ਇਹ ਸੀ ਬਹੁਤ ਹੀ ਸੋਹਣੀ ਕਵਿਤਾ ਜੋ ਕਿ ਅਮਰਤਾ ਪ੍ਰੀਤਮ ਜੀ ਨੇ ਲਿਖੀ ਹੈ, ਜਿਸ ਦਾ ਟਾਈਟਲ ਸੀ ਤ੍ਰਿੰਝਣ। ਤੇ ਆਪਾਂ ਇਸ ਦਾ ਹੁਣ ਕਰ ਲੈਂਦੇ ਹਾਂ ਅੰਤਰੀ ਭਾਵ। ਤਾਂ ਇਹ ਕਵਿਤਾ ਕਰਨ ਤੋਂ ਬਾਅਦ ਸਾਨੂੰ ਜੋ ਇਹਦਾ ਸੈਂਟਰਲ ਆਈਡੀਆ ਹੈ ਜਾਂ ਜੋ ਇਹਦਾ ਕੇਂਦਰੀ ਭਾਵ ਹੈ ਉਹ ਇਹੀ ਕਹਾਂਗੇ ਕਿ ਤ੍ਰਿੰਝਣ ਵਿੱਚ ਬਹੁਤ ਸਾਰੀਆਂ ਕੁੜੀਆਂ ਬਣ ਠਣ ਕੇ ਇਕੱਠੀਆਂ ਹੁੰਦੀਆਂ ਹਨ ਤੇ ਚਰਖੇ ਕੱਤਦੀਆਂ ਹਨ, ਪਰ ਵਿਆਹ ਹੋ ਜਾਣ ਤੋਂ ਮਗਰੋਂ ਉਹ ਮੁੜ ਇਕੱਠੀਆਂ ਨਹੀਂ ਹੋ ਸਕਦੀਆਂ ਕਿਉਂਕਿ ਸਭ ਦੀ ਆਪਣੀ ਆਪਣੀ ਜਿਹੜੀ ਹੈ ਲਾਈਫ ਹੋ ਜਾਂਦੀ ਹੈ ਤੇ ਆਪਣੀ ਆਪਣੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੀਆਂ ਨੇ। ਜੋ ਉਹ ਵਿਆਹ ਤੋਂ ਪਹਿਲਾਂ ਬਣ ਸੰਵਰ ਕੇ ਆਪਣੇ ਘਰੋਂ ਅਲੱਗ-ਅਲੱਗ ਤਰ੍ਹਾਂ ਦਾ ਖਾਣ ਦਾ ਸਮਾਨ ਲੈ ਕੇ ਆਉਂਦੀਆਂ ਹਨ ਤੇ ਜੋ ਰੌਣਕਾਂ ਉਹ ਤ੍ਰਿੰਝਣ ਦੇ ਵਿੱਚ ਲਾਉਂਦੀਆਂ ਨੇ, ਵਿਆਹ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਇਕੱਠੇ ਬੈਠਣ ਦਾ ਮੌਕਾ ਨਹੀਂ ਮਿਲਦਾ। ਤਾਂ ਇਸ ਵਿੱਚ ਆਏ ਹੋਏ ਕੁਝ ਇੱਕ ਪ੍ਰਸ਼ਨ ਜਿਹੜੇ ਹੈ ਬੱਚਿਓ ਆਪਾਂ ਕਰ ਲੈਂਦੇ ਹਾਂ। ਤ੍ਰਿੰਝਣ ਕਵਿਤਾ ਕਿਸ ਦੀ ਰਚਨਾ ਹੈ? ਤ੍ਰਿੰਝਣ ਕਵਿਤਾ ਜਿਹੜੀ ਹੈ ਉਹ ਅਮਰਤਾ ਪ੍ਰੀਤਮ ਜੀ ਦੀ ਰਚਨਾ ਹੈ। ਅਮਰਤਾ ਪ੍ਰੀਤਮ ਦੀ ਕਿਹੜੀ ਕਵਿਤਾ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦੀ ਹੈ? ਤਾਂ ਆਪਾਂ ਹੁਣੇ ਕਰਕੇ ਹਟੇ ਹਾਂ ਕਵਿਤਾ ਜਿਸ ਦਾ ਨਾਮ ਹੈ ਤ੍ਰਿੰਝਣ। ਤ੍ਰਿੰਝਣ ਵਿੱਚ ਕੌਣ ਬਣ ਠਣ ਕੇ ਆਈਆਂ ਹਨ? ਤ੍ਰਿੰਝਣ ਵਿੱਚ ਸਹੇਲੀਆਂ ਬਣ ਠਣ ਕੇ ਆਈਆਂ ਹਨ। ਸਹੇਲੀਆਂ ਕਾਹਦੇ ਚਾਅ ਨਾਲ ਬਣ ਸੰਵਰ ਕੇ ਇਕੱਠੀਆਂ ਹੋਈਆਂ ਹਨ? ਸਹੇਲੀਆਂ ਤ੍ਰਿੰਝਣ ਦੇ ਚਾਅ ਨਾਲ ਬਣ ਸੰਵਰ ਕੇ ਇਕੱਠੀਆਂ ਹੋਈਆਂ ਹਨ। ਤ੍ਰਿੰਝਣ ਵਿੱਚ ਆਈਆਂ ਸਹੇਲੀਆਂ ਵਿੱਚੋਂ ਦੀ ਸਰਦਾਰ ਕਿਸ ਚੀਜ਼ ਉੱਪਰ ਬੈਠੀ ਹੋਈ ਹੈ? ਤ੍ਰਿੰਝਣ ਵਿੱਚ ਆਈਆਂ ਸਹੇਲੀਆਂ ਵਿੱਚੋਂ ਦੀ ਸਰਦਾਰ ਪੀੜੇ ਉੱਤੇ ਬੈਠੀ ਹੋਈ ਹੈ। ਕਿਹੜੀਆਂ ਕੁੜੀਆਂ ਕਦੋਂ ਫਿਰ ਕਦੇ ਇਕੱਠੀਆਂ ਇੱਕ ਦੂਜੀ ਨੂੰ ਨਹੀਂ ਮਿਲਦੀਆਂ? ਵਿਆਹੀਆਂ ਜਾਣ ਤੋਂ ਬਾਅਦ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਇਕੱਠੀਆਂ ਇੱਕ ਦੂਜੇ ਨੂੰ ਨਹੀਂ ਮਿਲਦੀਆਂ। ਤ੍ਰਿੰਝਣ ਦੀਆਂ ਕੁੜੀਆਂ ਦੇ ਇਕੱਠ ਨੂੰ ਕਿਸ ਚੀਜ਼ ਨਾਲ ਉਪਮਾ ਦਿੱਤੀ ਗਈ ਹੈ? ਬੇੜੀ ਦੇ ਪੂਰ ਦੇ ਨਾਲ ਤ੍ਰਿੰਝਣ ਦੀਆਂ ਕੁੜੀਆਂ ਦੀ ਨੂੰ ਉਪਮਾ ਦਿੱਤੀ ਗਈ ਹੈ। ਤੇ ਚਲਿਓ ਬੱਚੇ ਹੁਣ ਕਰਦੇ ਹਾਂ ਆਪਾਂ ਅਮਰਤਾ ਪ੍ਰੀਤਮ ਜੀ ਦੀ ਲਿਖੀ ਹੋਈ ਦੂਜੀ ਕਵਿਤਾ ਅਹਿਦਨਾਮਾ। ਇਹ ਕਵਿਤਾ ਜਿਹੜੀ ਹੈ ਬੱਚਿਓ ਇਹ ਇਸ ਦੇ ਵਿੱਚ ਜਿਹੜੀ ਕਵਿਤਰੀ ਹੈ ਉਹ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ, ਪ੍ਰੇਮੀਆਂ ਤੇ ਫਿਲਾਸਫਰਾਂ ਨੂੰ ਸੰਸਾਰ ਅਮਨ ਦੇ ਪ੍ਰਤਿਗਿਆ ਪੱਤਰ ਉੱਤੇ ਦਸਤਖਤ ਕਰਨ ਦਾ ਹੋਕਾ ਦਿੰਦੀ ਹੈ ਤਾਂ ਜੋ ਸੰਸਾਰ ਵਿੱਚੋਂ ਨਫ਼ਰਤ ਦਾ ਹਨੇਰਾ ਦੂਰ ਹੋਵੇ ਤੇ ਮਨੁੱਖਤਾ ਦਾ ਨਾਸ਼ ਕਰਨ ਵਾਲੀ ਸੰਸਾਰ ਜੰਗ ਮੁੜ ਕੇ ਨਾ ਛਿੜੇ। ਤਾਂ ਚਲੋ ਕਰਦੇ ਹਾਂ ਇਸ ਕਵਿਤਾ ਨੂੰ। ਅਮਨ ਦਾ ਇਹ ਐਦਨਾਮਾ ਆਓ ਦੁਨੀਆ ਵਾਲਿਓ ਦਸਤਖਤ ਕਰੋ। ਕਾਗਜ਼ ਹੈ ਇਹ ਤਕਦੀਰ ਦਾ ਤੇ ਕਲਮ ਹੈ ਤਦਬੀਰ ਦੀ। ਅੱਜ ਕਲਮ ਦੇ ਵਿੱਚ ਅਮਨ ਦੀ ਸਿਆਹੀ ਭਰੋ, ਦਸਤਖਤ ਕਰੋ। ਐਦਨਾਮਾ ਦਾ ਮਤਲਬ ਬੱਚਿਓ ਹੁੰਦਾ ਹੈ ਪ੍ਰਤਿਗਿਆ ਪੱਤਰ
ਤਦਬੀਰ ਦਾ ਮਤਲਬ ਹੁੰਦਾ ਹੈ ਯਤਨ ਜਾਂ ਕੋਸ਼ਿਸ਼। ਤੇ ਕਵਿਤਰੀ ਕਹਿੰਦੀ ਹੈ ਕਿ ਸੰਸਾਰ ਦੇ ਸਿਆਸੀ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਵਿਦਵਾਨਾਂ, ਲਿਖਾਰੀਆਂ ਤੇ ਫਿਲਾਸਫਰਾਂ ਨੂੰ ਹੋਕਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਰਲ ਕੇ ਅਮਨ ਤੇ ਪ੍ਰਤਿਗਿਆ ਪੱਤਰ ਉੱਤੇ ਦਸਖਤ ਕਰਨ ਤਾਂ ਜੋ ਸੰਸਾਰ ਅਮਨ ਦੀ ਕਾਇਮੀ ਯਕੀਨੀ ਹੋ ਸਕੇ। ਜਿਹੜਾ ਉਹਨਾਂ ਦੇ ਸਾਹਮਣੇ ਉਹਨਾਂ ਦੇ ਭਵਿੱਖ ਦੀ ਕਿਸਮਤ ਦਾ ਕਾਗਜ਼ ਪਿਆ ਹੈ, ਠੀਕ ਹੈ। ਅਤੇ ਉਹਨਾਂ ਦੇ ਹੱਥ ਵਿੱਚ ਭਵਿੱਖ ਦੇ ਖਤਰਿਆਂ ਨੂੰ ਟਾਲਣ ਲਈ ਕੀਤੀ ਜਾਣ ਵਾਲੀ ਪੇਸ਼ਬੰਦੀ ਦੀ ਕਲਮ ਹੈ। ਉਹ ਆਪਣੀ ਇਸ ਕਲਮ ਵਿੱਚ ਅਮਨ ਦੀ ਸਿਆਹੀ ਭਰ ਕੇ ਇਸ ਪ੍ਰਤਿਗਿਆ ਪੱਤਰ ਉੱਤੇ ਦਸਖਤ ਕਰਨ ਤਾਂ ਜੋ ਸੰਸਾਰ ਅਮਨ ਦੀ ਕਾਇਮੀ ਯਕੀਨੀ ਹੋ ਸਕੇ, ਯਾਨੀ ਕਿ ਸੰਸਾਰ ਦੇ ਵਿੱਚ ਜਿਹੜਾ ਅਮਨ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ। ਨਫ਼ਰਤ ਦੀ ਕਾਲੀ ਰਾਤ ਹੈ, ਨਫ਼ਰਤ ਦੀ ਕਾਲੀ ਬਾਤ ਹੈ। ਫਿਰ ਕਵਿਤਰੀ ਕਹਿੰਦੀ ਹੈ ਕਿ ਸੰਸਾਰ ਦੇ ਵਿੱਚ ਜਿਹੜੀ ਹੈਗੀ ਹੈ ਆਲੇ ਦੁਆਲੇ ਮਨੁੱਖਤਾ ਵਿੱਚ ਜਿਹੜੀ ਨਫ਼ਰਤ ਦੀ ਕਾਲੀ ਰਾਤ ਪਸਰੀ ਹੋਈ ਹੈ ਤੇ ਉਸ ਨਫ਼ਰਤ ਦੀ ਹੀ ਗੱਲ ਹੁੰਦੀ ਹੈ। ਠੋਕਰ ਨਾ ਲੱਗੇ ਇਲਮ ਨੂੰ, ਠੋਕਰ ਨਾ ਲੱਗੇ ਕਲਮ ਨੂੰ, ਦਿਲ ਦਾ ਚਿਰਾਗ ਬਾਲ ਕੇ ਸਾਵੇਂ ਧਰੋ, ਦਸਖਤ ਕਰੋ। ਫਿਰ ਉਹ ਕਹਿੰਦੀ ਹੈ ਕਿ ਹਰ ਪਾਸੇ ਨਫ਼ਰਤ ਦੀਆਂ ਕਾਲੀਆਂ ਗੱਲਾਂ ਹੋ ਰਹੀਆਂ ਹਨ। ਉਹ ਖਬਰਦਾਰ ਹੋਣ ਤਾਂ ਜੋ ਦੁਨੀਆ ਵਿੱਚ ਪਿਆਰ ਦਾ ਪਸਾਰ ਕਰਨ ਵਾਲੀ ਕਲਮ ਅਰਥਾਤ ਪਿਆਰ ਨੂੰ ਫੈਲਾਉਣ ਵਾਲੇ ਲਿਖਾਰੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਗੱਲ ਨਾ ਹੋਵੇ। ਯਾਨੀ ਕਿ ਜੋ ਕਲਮ ਹੁੰਦੀ ਹੈ ਨਾ, ਕਹਿੰਦੇ ਹੈ ਇਸ ਵਿੱਚ ਤਲਵਾਰ ਤੋਂ ਵੀ ਵੱਧ ਤਾਕਤ ਹੁੰਦੀ ਹੈ ਕਿ ਉਸ ਕਲਮ ਦੇ ਨਾਲ ਕੁਝ ਇੱਦਾਂ ਦਾ ਨਾਂ ਲਿਖਿਆ ਜਾਵੇ ਕਿ ਸੰਸਾਰ ਦੇ ਵਿੱਚ ਜਿਹੜੀ ਨਫ਼ਰਤ ਹੈ ਉਹ ਹੋਰ ਜ਼ਿਆਦਾ ਵਧੇ। ਉਸ ਸੰਸਾਰ ਦੇ ਵਿੱਚ ਪਿਆਰ ਨੂੰ ਬਣਾਏ ਰੱਖਣ ਦੇ ਲਈ, ਫੈਲਾਉਣ ਦੇ ਲਈ ਉਸ ਕਲਮ ਨੂੰ ਪਿਆਰ ਦੀ ਭਾਸ਼ਾ ਲਿਖਣੀ ਚਾਹੀਦੀ ਹੈ। ਤੁਸੀਂ ਦਿਲ ਦੇ ਦੀਵੇ ਬਾਲ ਕੇ ਰੋਸ਼ਨੀ ਕਰਨ ਲਈ ਸਾਹਮਣੇ ਰੱਖੋ ਤਾਂ ਜੋ ਸਭ ਨੂੰ ਇਹਨਾਂ ਦੀ ਮਹਾਨਤਾ ਸਮਝ ਆ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਤੁਸੀਂ ਸਾਰੇ ਮਿਲ ਕੇ ਅਮਨ ਦੇ ਪ੍ਰਤਿਗਿਆ ਪੱਤਰ ਉੱਤੇ ਦਸਤਖਤ ਕਰੋ। ਆਵੋ ਕਿ ਜ਼ਿੰਦਾ ਮਹਿੰਗੀਆਂ, ਆਵੋ ਕਿ ਮੌਤਾਂ ਸਸਤੀਆਂ, ਓਏ ਹੁਸਨ ਦੇ ਵਣਜਾਰਿਓ, ਓਏ ਹੁਨਰ ਦੇ ਵਣਜਾਰਿਓ, ਅੱਜ ਆਪਣੇ ਆਪਣੇ ਇਸ਼ਕ ਨੂੰ ਜ਼ਾਮਨ ਧਰੋ, ਦਸਖਤ ਕਰੋ। ਫਿਰ ਕਵਿਤਰੀ ਕਹਿੰਦੀ ਹੈ ਕਿ ਉਹਨਾਂ ਨੂੰ ਇਹ ਕੰਮ ਇਸ ਕਰਕੇ ਕਰਨਾ ਚਾਹੀਦਾ ਹੈ ਕਿਉਂਕਿ ਮਨੁੱਖੀ ਜ਼ਿੰਦਗੀਆਂ ਬੜੀਆਂ ਹੀ ਮਹਿੰਗੀਆਂ ਹਨ, ਪਰੰਤੂ ਜੰਗ ਤੇ ਨਫ਼ਰਤ ਇਹਨਾਂ ਲਈ ਮੌਤ ਨੂੰ ਸਸਤੀ ਬਣਾ ਕੇ ਇਹਨਾਂ ਨੂੰ ਖਤਮ ਕਰ ਦਿੰਦੀ ਹੈ। ਉਹ ਹੁਨਰ ਤੇ ਕਲਾ ਦੇ ਵਪਾਰੀਆਂ ਨੂੰ ਕਹਿੰਦੀ ਹੈ ਕਿ ਉਹ ਆ ਕੇ ਆਪੋ ਆਪਣੇ ਇਸ਼ਕ ਨੂੰ ਜ਼ਾਮਨ ਧਰ ਕੇ ਅਮਨ ਤੇ ਪ੍ਰਤਿਗਿਆ ਪੱਤਰ ਤੇ ਦਸਖਤ ਕਰਨ ਤਾਂ ਜੋ ਮਹਿੰਗੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਇਸ ਲਈ ਤੇਰੀ ਆਵਾਜ਼ ਤੇ ਮੇਰੀ ਆਵਾਜ਼ ਅਰਥਾਤ ਸਭ ਦੀ ਆਵਾਜ਼ ਇਕੱਠੀ ਹੋ ਜਾਣੀ ਚਾਹੀਦੀ ਹੈ, ਕਿਉਂਕਿ ਮਿਲ ਕੇ ਹੀ ਜਿਹੜਾ ਹੈ ਅਮਨ ਕਾਇਮ ਕੀਤਾ ਜਾ ਸਕਦਾ ਹੈ। ਤੇ ਇਸ ਤਰ੍ਹਾਂ ਸਭ ਦੀ ਆਵਾਜ਼ ਦੀ ਬੂੰਦ ਬੂੰਦ ਨਾਲ ਸਾਗਰ ਵਰਗੀ ਸ਼ਕਤੀ ਇਕੱਠੀ ਕਰ ਲੈਣੀ ਚਾਹੀਦੀ ਹੈ। ਬਰਕਤ ਤੇਰੀ ਆਵਾਜ਼ ਦੀ, ਬਰਕਤ ਮੇਰੀ ਆਵਾਜ਼ ਦੀ, ਤੇ ਬੂੰਦ ਬੂੰਦ ਜੋੜ ਕੇ ਸਾਗਰ ਭਰੋ, ਦਸਖਤ ਕਰੋ। ਫਿਰ ਉਹ ਕਹਿੰਦੇ ਆ ਕਿ ਅਸੀਂ ਸਭ ਮਿਲ ਕੇ ਜਿਹੜੇ ਹੈ ਇਸ ਅਮਨ ਦੀ ਆਵਾਜ਼ ਲਗਾਉਣੀ ਹੈ, ਕਿਉਂਕਿ ਬੂੰਦ ਬੂੰਦ ਨਾਲ ਕਹਿੰਦੇ ਆ ਕਿ ਸਾਗਰ ਭਰਦਾ ਹੈ। ਜੇ ਸਾਡੇ ਵਿੱਚੋਂ ਹਰ ਇਨਸਾਨ ਕੋਸ਼ਿਸ਼ ਕਰੇ ਇਸ ਦੇਸ਼ ਦੇ ਵਿੱਚ ਅਮਨ ਲਿਆਉਣ ਦੇ ਲਈ, ਤਾਂ ਸਾਨੂੰ ਉਹ ਕੋਸ਼ਿਸ਼ ਜਿਹੜੀ ਹੈ ਕਰਨੀ ਚਾਹੀਦੀ ਹੈ। ਤੇ ਇਸ ਸੰਬੰਧੀ ਪ੍ਰਤਿਗਿਆ ਪੱਤਰ ਉੱਤੇ ਸਾਨੂੰ ਦਸਤਖਤ ਕਰ ਦੇਣੇ ਚਾਹੀਦੇ ਹਨ। ਦੀਨਾ ਇਮਾਨਾ ਵਾਲਿਓ ਦਸਖਤ ਕਰੋ, ਦੋਹਾਂ ਜਹਾਨਾਂ ਵਾਲਿਓ ਦਸਖਤ ਕਰੋ, ਨੇਮਾਂ ਤੇ ਧਰਮਾਂ ਵਾਲਿਓ ਦਸਖਤ ਕਰੋ, ਵੇ ਆਓ ਕਰਮਾਂ ਵਾਲਿਓ ਦਸਖਤ ਕਰੋ। ਫਿਰ ਕਵਿਤਰੀ ਕਹਿੰਦੀ ਹੈ ਕਿ ਸੰਸਾਰ ਅਮਨ ਨੂੰ ਭੰਗ ਹੋਣ ਤੋਂ ਬਚਾਉਣ ਲਈ ਤੇ ਸੰਸਾਰ ਵਿੱਚੋਂ ਨਫ਼ਰਤ ਨੂੰ ਖਤਮ ਕਰਨ ਲਈ ਸਭ ਨੂੰ ਇੱਕ ਪ੍ਰਤਿਗਿਆ ਪੱਤਰ ਉੱਤੇ ਦਸਖਤ ਕਰਨ ਦਾ ਹੋਕਾ ਦਿੰਦੀ ਹੈ। ਉਹ ਦੀਨਾਂ ਧਰਮਾਂ ਵਿਰੋਧੀ ਸੰਸਾਰ ਸ਼ਕਤੀਆਂ ਤੇ ਨਿਯਮਾਂ ਵਾਲਿਆਂ ਨੂੰ ਸੱਦਾ ਦਿੰਦੀ ਹੋਈ ਕਹਿੰਦੀ ਹੈ ਕਿ ਭਾਗਾਂ ਵਾਲਿਓ ਆਓ, ਇਸ ਪ੍ਰਤਿਗਿਆ ਪੱਤਰ ਉੱਤੇ ਦਸਖਤ ਕਰਕੇ ਆਪਣੇ ਫਰਜ਼ ਦੀ ਪਾਲਣਾ ਕਰੋ। ਇਸ ਵਿੱਚ ਵੀ ਉਹਨਾਂ ਦਾ ਤੇ ਸਮੁੱਚੀ ਮਨੁੱਖਤਾ ਦਾ ਭਲਾ ਹੈ। ਤਾਂ ਬੱਚਿਓ, ਇਹ ਸੀ ਅੰਮ੍ਰਿਤਾ ਪ੍ਰੀਤਮ ਜੀ ਦੇ ਦੁਆਰਾ ਲਿਖੀ ਹੋਈ ਦੂਜੀ ਕਵਿਤਾ ਐਤਨਾਮਾ, ਜਿਸ ਦਾ ਅਰਥ ਹੈ ਪ੍ਰਤਿਗਿਆ ਪੱਤਰ। ਤਾਂ ਇਹ ਕਵਿਤਾ ਨੂੰ ਪੜ੍ਹਨ ਤੋਂ ਬਾਅਦ ਅਸੀਂ ਇਸ ਦਾ ਅੰਤਰੀਵ ਭਾਵ ਜਿਹੜਾ ਹੈ ਉਹ
ਕੀ ਸਮਝਦੇ ਹਾਂ ਕਿ ਇਸ ਦਾ ਅੰਤਰੀ ਭਾਵ ਜਿਹੜਾ ਹੈ ਉਹ ਕੀ ਹੈ। ਇਸ ਦਾ ਅੰਤਰੀ ਭਾਵ ਹੋਵੇਗਾ ਕਿ ਸੰਸਾਰ ਦੇ ਵਿੱਚ ਜਿਹੜੀ ਨਫ਼ਰਤ ਤੇ ਜੰਗ ਦਾ ਹਨੇਰਾ ਛਾਇਆ ਹੋਇਆ ਹੈ, ਜਿਸ ਨਾਲ ਕਿ ਮਹਿੰਗੀਆਂ ਮਨੁੱਖੀ ਜਿੰਦਾਂ ਲਈ ਮੌਤ ਸਸਤੀ ਹੋ ਗਈ ਹੈ। ਮਨੁੱਖਤਾ ਨੂੰ ਇਸ ਸਥਿਤੀ ਤੋਂ ਪੈਦਾ ਹੋਈ ਸਰਵਨਾਸ਼ ਤੋਂ ਬਚਾਉਣ ਲਈ ਸੰਸਾਰ ਦੇ ਰਾਜਨੀਤਿਕ ਤੇ ਧਾਰਮਿਕ ਆਗੂਆਂ, ਕਲਾਕਾਰਾਂ, ਲਿਖਾਰੀਆਂ, ਵਿਦਵਾਨਾਂ ਤੇ ਫਿਲਾਸਫਰਾਂ ਨੂੰ ਅਮਨ ਦੀ ਪ੍ਰਾਪਤੀ ਲਈ ਦ੍ਰਿੜ ਹੋ ਕੇ ਪ੍ਰਤਿਗਿਆ ਕਰਨੀ ਚਾਹੀਦੀ ਹੈ। ਤਾਂ ਇਹ ਸੀ ਇਸ ਦਾ ਅੰਤਰੀ ਭਾਵ। ਤੇ ਹੁਣ ਆਪਾਂ ਇਸ ਵਿੱਚ ਆਏ ਹੋਏ ਜਿਹੜੇ ਛੋਟੇ ਕੁਐਸਚਨਸ ਹੈ ਉਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਅਮਰਤਾ ਪ੍ਰੀਤਮ ਦੀ ਲਿਖੀ ਹੋਈ ਕਿਸੇ ਕਵਿਤਾ ਦਾ ਨਾਂ, ਤਾਂ ਤੁਸੀਂ ਕੋਈ ਵੀ ਕਵਿਤਾਵਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਂ ਲਿਖ ਸਕਦੇ ਹੋ। ਪਹਿਲੀ ਇਹਨਾਂ ਦੀ ਜਿਹੜੀ ਕਵਿਤਾ ਸੀ ਉਹਦਾ ਨਾਂ ਸੀ ਤ੍ਰਿੰਜਣ ਤੇ ਦੂਸਰੀ ਹੈ ਏਕਨਾਮਾ। ਤਾਂ ਅਸੀਂ ਕਹਾਂਗੇ ਇੱਥੇ ਕਿ ਉਹਨਾਂ ਦੇ ਦੁਆਰਾ ਲਿਖੀ ਹੋਈ ਕਵਿਤਾ ਜਿਹੜੀ ਹੈ ਏਕਨਾਮਾ, ਕਿਉਂਕਿ ਅਸੀਂ ਹੁਣੇ ਕਰਕੇ ਹਟੇ ਹਾਂ। ਕਵਿਤਰੀ ਅਮਰਤਾ ਪ੍ਰੀਤਮ ਦੁਨੀਆ ਵਾਲਿਆਂ ਨੂੰ ਕਾਹਦੇ ਏਕਨਾਮੇ ਯਾਨੀ ਕਿ ਪ੍ਰਤਿਗਿਆ ਪੱਤਰ ਉੱਤੇ ਦਸਤਖਤ ਕਰਨ ਦੇ ਲਈ ਕਹਿੰਦੀ ਹੈ। ਉਹ ਅਮਨ ਦੇ ਜਿਹੜੇ ਪ੍ਰਤਿਗਿਆ ਪੱਤਰ ਹੈ ਉਸ ਦੇ ਦਸਤਖਤ ਕਰਨ ਲਈ ਕਹਿੰਦੀ ਹੈ। ਏਕਨਾਮਾ ਕਵਿਤਾ ਵਿੱਚ ਕਾਹਦਾ ਚਿਰਾਗ ਬਾਲਣ ਲਈ ਕਿਹਾ ਗਿਆ ਹੈ। ਏਕਨਾਮਾ ਕਵਿਤਾ ਵਿੱਚ ਦਿਲ ਦਾ ਚਿਰਾਗ ਬਾਲਣ ਲਈ ਕਿਹਾ ਗਿਆ ਹੈ। ਏਕਨਾਮਾ ਕਵਿਤਾ ਵਿੱਚ ਹੁਸਨ ਤੇ ਹੁਨਰ ਦੇ ਵਣਜਾਰਿਆਂ ਨੂੰ ਸੰਸਾਰ ਅਮਨ ਲਈ ਕੀ ਕਰਨ ਲਈ ਕਿਹਾ ਗਿਆ ਹੈ। ਏਕਨਾਮਾ ਕਵਿਤਾ ਵਿੱਚ ਹੁਸਨ ਤੇ ਹੁਨਰ ਦੇ ਵਣਜਾਰਿਆਂ ਨੂੰ ਆਪਣੇ ਇਸ਼ਕ ਨੂੰ ਜ਼ਾਮਨ ਧਰਨ ਲਈ ਕਿਹਾ ਗਿਆ ਹੈ। ਕਵਿਤਾ ਅਨੁਸਾਰ ਸਭ ਦੀ ਆਵਾਜ਼ ਦੀ ਬੂੰਦ ਬੂੰਦ ਕਿਸ ਵਰਗੀ ਸ਼ਕਤੀ ਇਕੱਠੀ ਕਰ ਲੈਣੀ ਚਾਹੀਦੀ ਹੈ। ਕਵਿਤਾ ਅਨੁਸਾਰ ਸਭ ਦੀ ਆਵਾਜ਼ ਦੀ ਬੂੰਦ ਬੂੰਦ ਨਾਲ ਸਾਗਰ ਵਰਗੀ ਜਿਹੜੀ ਸ਼ਕਤੀ ਹੈ ਇਕੱਠੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਕਹਿੰਦੇ ਆ ਕਿ ਬੂੰਦ ਬੂੰਦ ਨਾਲ ਜਿਹੜਾ ਹੈ ਸਾਗਰ ਬਣਦਾ ਹੈ। ਏਕਨਾਮਾ ਕਵਿਤਾ ਕਿਸ ਦੀ ਰਚਨਾ ਹੈ। ਜਿਹੜੀ ਏਕਨਾਮਾ ਕਵਿਤਾ ਹੈ ਉਹ ਅਮਰਤਾ ਪ੍ਰੀਤਮ ਜੀ ਦੀ ਦੁਆਰਾ ਲਿਖੀ ਹੋਈ ਰਚਨਾ ਹੈ। ਏਕਨਾਮਾ ਕਵਿਤਾ ਵਿੱਚ ਰਾਤ ਕਾਹਦੀ ਹੈ। ਏਕਨਾਮਾ ਕਵਿਤਾ ਵਿੱਚ ਰਾਤ ਜਿਹੜੀ ਆ ਨਫ਼ਰਤ ਦੀ ਹੈ ਬੱਚਿਓ, ਕਿਉਂਕਿ ਜਦੋਂ ਰਾਤ ਹੁੰਦੀ ਹੈ ਤਾਂ ਹਨੇਰਾ ਹੋ ਜਾਂਦਾ, ਤਾਂ ਹਨੇਰਾ ਜਿਹੜਾ ਹੁੰਦਾ ਹੈ ਇਹ ਹਮੇਸ਼ਾ ਬੁਰਾਈ ਦਾ ਪ੍ਰਤੀਕ ਹੁੰਦਾ ਹੈ। ਤਾਂ ਨਫ਼ਰਤ ਜਿਹੜੀ ਹੁੰਦੀ ਹੈ ਇਹ ਵੀ ਇੱਕ ਬੁਰਾਈ ਦਾ ਹੀ ਪ੍ਰਤੀਕ ਹੈ। ਆਓ ਕਿ ਜਿੰਦਾ ਮਹਿੰਗੀਆਂ, ਆਓ ਕਿ ਮੌਤਾਂ ਸਸਤੀਆਂ ਕਾਵਿ ਸਤਰ ਕਿਸ ਕਵਿਤਾ ਵਿੱਚੋਂ ਹੈ। ਇਹ ਸਤਰ ਜਿਹੜੀ ਹੈਗੀ ਹੈ ਇਹ ਏਕਨਾਮਾ ਕਵਿਤਾ ਵਿੱਚੋਂ ਹੈ, ਜੋ ਕਿ ਅਮਰਤਾ ਪ੍ਰੀਤਮ ਜੀ ਦੇ ਦੁਆਰਾ ਲਿਖੀ ਹੋਈ ਹੈ। ਏਕਨਾਮਾ ਕਵਿਤਾ ਅਨੁਸਾਰ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਕਿਸ ਦਾ ਭਲਾ ਕਰਨਾ ਚਾਹੀਦਾ ਹੈ। ਏਕਨਾਮਾ ਕਵਿਤਾ ਅਨੁਸਾਰ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਹੋਇਆਂ ਮਨੁੱਖਤਾ ਦਾ ਭਲਾ ਕਰਨਾ ਚਾਹੀਦਾ ਹੈ। ਸੋ ਬੱਚਿਓ ਇਹ ਸੀ ਅਮਰਤਾ ਪ੍ਰੀਤਮ ਜੀ ਦੇ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ ਤ੍ਰਿੰਜਣ ਤੇ ਏਕਨਾਮਾ। ਆਈ ਹੋਪ ਕਿ ਤੁਸੀਂ ਇਹ ਜਿਹੜੀ ਵੀਡੀਓ ਹੈ ਉਸਨੂੰ ਐਂਡ ਤੱਕ ਦੇਖਿਆ ਹੋਏਗਾ ਔਰ ਇਹਨਾਂ ਦੋਨਾਂ ਕਵਿਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ ਤੇ ਤੁਹਾਨੂੰ ਸਮਝ ਵੀ ਆ ਗਈਆਂ ਹੋਣਗੀਆਂ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਕਵਿਤਾ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।